ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੰਤ ਪੱਕਿਆਂ। ਓਏ ਜੀਵਨ ਦੇ ਵਿਛੜੈ, ਓਏ ਮੋਇਆ ਨਾ ਜਾਹੀ ਛੋੜ। ਵਾਹਿਗੁਰੂ ਸਾਹਿਬ ਜੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੈ ਰਸਨਾ, ਕਹਿਆ ਕਛੂ ਨਾ ਜਾਣੀ। ਕਹਿ ਨਾਨਕ ਚਿਤ ਜਿਨ ਕਾ ਹਿਰ ਲਿਆ, ਮਾਇਆ ਬੋਲਣ ਪੈ ਰਵਾਣੀ। ਕਹਿ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਹੈ ਬਾਣੀ। ਕਹਿ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਹੈ ਬਾਣੀ। ਪਰਮ ਸਤਿਕਾਰਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਸਤਿਕਾਰਯੋਗ ਵਡਭਾਗੀ ਸਤ ਸੰਗੀ ਜਨੋ, ਆਓ ਕੁਝ ਸਮਾਂ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਵਿਚਾਰ ਨਾਲ ਸਾਂਝ ਪਾਈਏ। ਪਾਵਨ ਵਿਚਾਰਾਂ ਦੇ ਨਾਲ ਜੁੜਨ ਤੋਂ ਪਹਿਲਾਂ ਆਪਣੀ ਰਸਨਾ ਨੂੰ ਕਰੀਏ ਪਵਿੱਤਰ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਪਿਆਰ ਨਾਲ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਪਾਵਨ ਬਾਣੀ ਆਨੰਦ ਸਾਹਿਬ ਜੀ ਦੇ ਵਿੱਚੋਂ ਲੜੀਵਾਰ 24 ਨੰਬਰ ਪਾਵਨ ਪੌੜੀ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਇਸੇ ਲੜੀ ਦੇ ਤਹਿਤ ਕੱਲ੍ਹ ਦੇ ਦੀਵਾਨਾਂ ਦੇ ਵਿੱਚ 23 ਨੰਬਰ ਪਾਵਨ ਪੌੜੀ ਦੀ ਵਿਚਾਰ ਸਾਂਝੀ ਕੀਤੀ ਸੀ, ਜਿਸ ਵਿੱਚ ਸਤਿਗੁਰੂ ਜੀ ਨੇ ਬੜੇ ਪਿਆਰੇ ਵਿਚਾਰ ਸਾਨੂੰ ਬਖਸ਼ਿਸ਼ ਕੀਤੇ ਸਨ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਕਿ ਹੇ ਗੁਰੂ ਦੇ ਪਿਆਰੇ ਸਿੱਖੋ, ਆਵੋ ਆ ਕੇ ਰਲ ਮਿਲ ਕੇ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫਤ ਸਲਾਹ ਵਾਲੀ ਬਾਣੀ ਗਾਈਏ, ਸੱਚ ਦੀ ਬਾਣੀ ਨੂੰ ਗਾਈਏ। ਜੇ ਤੂੰ ਸੱਚੀ ਬਾਣੀ ਨੂੰ ਗਾਵੇਂਗਾ ਨਾ, ਪਾਤਸ਼ਾਹ ਜੀ ਕਹਿੰਦੇ ਨੇ ਤੇਰੇ ਜੀਵਨ ਦੇ ਅੰਦਰ ਵੀ ਸੱਚ ਆਵੇਗਾ। ਤੇ ਇਹ ਜਿਹੜੀ ਸੱਚੀ ਬਾਣੀ ਹੈ ਹੋਰ ਸਾਰੀਆਂ ਬਾਣੀਆਂ ਦੇ ਨਾਲੋਂ ਸ੍ਰੇਸ਼ਟ ਹੈ, ਸ਼੍ਰੋਮਣੀ ਹੈ। ਫਿਰ ਤੇਰਾ ਜੀਵਨ ਵੀ ਸ੍ਰੇਸ਼ਟ ਬਣੇਗਾ ਜੇਕਰ ਤੂੰ ਸੱਚ ਦੀ ਬਾਣੀ ਦੇ ਨਾਲ ਸਾਂਝ ਪਾਵੇਂਗਾ। ਪਾਤਸ਼ਾਹ ਜੀ ਨੇ ਉੱਥੇ ਹੀ ਸਾਨੂੰ ਸੁਚੇਤ ਵੀ ਕੀਤਾ ਆ। ਮਾਲਿਕ ਜੀ ਕਹਿੰਦੇ ਜੇਕਰ ਤੂੰ ਇਹ ਸੱਚ ਦੀ ਬਾਣੀ ਗਾਵੇਂਗਾ ਤੇਰਾ ਜੀਵਨ ਸੱਚਾ ਬਣੇਗਾ। ਪਾਤਸ਼ਾਹ ਜੀ ਨੇ ਅੱਜ ਇਸ ਪੌੜੀ ਵਿੱਚ ਇਹ ਵਿਚਾਰ ਸਾਡੇ ਸਾਹਮਣੇ ਰੱਖ ਦਿੱਤੇ ਕਿ ਭਾਈ ਜੇਕਰ ਸੱਚੀ ਬਾਣੀ ਹੈ ਤੇ ਕੱਚੀ ਬਾਣੀ ਵੀ ਹੈ। ਜੇਕਰ ਸੱਚੀ ਬਾਣੀ ਹੈ ਉੱਥੇ ਹੀ ਕੱਚੀ ਬਾਣੀ ਵੀ ਹੈ। ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੀ ਬਾਣੀ ਅੰਦਰ ਇਹ ਪਾਵਨ ਪੌੜੀ ਦਰਜ ਕਰ ਦਿੱਤੀ, ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਚਾਹੇ ਗੁਰੂ ਨਾਨਕ ਸਾਹਿਬ ਜੀ, ਚਾਹੇ ਗੁਰੂ ਅੰਗਦ ਸਾਹਿਬ ਜੀ,
इन्हां दे समय भी होर भी बड़ियां बाणियां होणगियां, होर भी बड़े इहो ਜਿਹੇ शब्द होणगे, ग्रंथ होणगे ਜਿਹੜੇ ਕਿ ਆਪਣੀਆਂ ਬਾਣੀਆਂ ਦਾ ਪ੍ਰਚਾਰ ਕਰਦੇ ਹੋਣਗੇ। ਪਰ ਉਸ ਬਾਣੀ ਨੂੰ ਪੜ੍ਹਨ ਦੇ ਨਾਲ ਜੀਵਨ ਦੇ ਵਿੱਚ ਕੋਈ ਵੀ ਹਿਲਜੁਲ ਪੈਦਾ ਨਹੀਂ ਹੁੰਦੀ, ਕੋਈ ਵੀ ਆਨੰਦ ਪੈਦਾ ਨਹੀਂ ਹੁੰਦਾ, ਜੀਵਨ ਅੰਦਰ ਕੋਈ ਵੀ ਤਬਦੀਲੀ ਨਹੀਂ ਹੁੰਦੀ। ਜਿਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਵਿਚਾਰ ਸਾਡੇ ਸਾਹਮਣੇ ਰੱਖ ਦਿੱਤੇ। ਪਾਤਸ਼ਾਹ ਜੀ ਕਹਿੰਦੇ ਭਲਿਆ ਇਸ ਗੱਲ ਵੱਲੋਂ ਵੀ ਸੁਚੇਤ ਹੋਵੇਂ, ਜੇਕਰ ਤੈਨੂੰ ਸੱਚ ਦੀ ਬਾਣੀ ਗਾਉਣ ਵਾਸਤੇ ਆਖਿਆ, ਪਾਤਸ਼ਾਹ ਕਹਿੰਦੇ ਭਲਿਆ ਭੁੱਲ ਕੇ ਸੱਚ ਦੀ ਬਾਣੀ ਨੂੰ ਭੁੱਲ ਕੇ ਕਿਤੇ ਕੱਚੀ ਬਾਣੀ ਨਾਲ ਨਾ ਜੁੜ ਜਾਵੀਂ। ਤੇ ਕੱਚੀ ਬਾਣੀ ਹੈ ਕਿਹੜੀ ਆ? ਮਾਲਕ ਜੀ ਬਚਨ ਕਰਦੇ ਨੇ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਕਹਿੰਦੇ ਗੁਰੂ ਤੋਂ ਬਿਨਾ, ਗੁਰੂ ਦੀ ਵਿਚਾਰ ਤੋਂ ਬਿਨਾ, ਗੁਰੂ ਦੇ ਆਸ਼ੇ ਤੋਂ ਬਿਨਾ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੀ ਬਾਣੀ ਹੈ ਉਹ ਕੱਚੀ ਹੈ, ਜਿਹੜੀ ਮਾਇਆ ਦੇ ਸਾਹਮਣੇ ਸਾਡੇ ਜੀਵਨ ਨੂੰ ਥਿੜਕਾ ਦਿੰਦੀ ਹੈ, ਸਾਡੇ ਮਨ ਨੂੰ ਡੋਲ ਦਿੰਦੀ ਹੈ। ਪਾਤਸ਼ਾਹ ਜੀ ਕਹਿੰਦੇ ਨੇ ਉਹ ਜਿਹੜੀ ਗੁਰੂ ਤੋਂ ਬਿਨਾ, ਗੁਰੂ ਦੀ ਵਿਚਾਰ ਤੋਂ ਬਿਨਾ ਜਿਹੜੀ ਬਾਣੀ ਆ ਉਹ ਕੱਚੀ ਆ। ਮਾਲਿਕ ਜੀ ਕਹਿੰਦੇ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਸਤਿਗੁਰੂ ਜੀ ਨੇ ਇੱਕੋ ਪੰਕਤੀ ਦੇ ਵਿੱਚ ਹੀ 2-3 ਵਾਰੀ ਕੱਚੀ ਬਾਣੀ ਸ਼ਬਦ ਵਰਤ ਲਿਆ। ਇਹਦਾ ਅਰਥ ਕੀ ਆ? ਮਾਲਿਕ ਜੀ ਕਹਿੰਦੇ ਬਾਰ-ਬਾਰ ਇਹ ਗੱਲ ਕਹਿੰਦੇ ਭਾਈ ਗੁਰੂ ਤੋਂ ਬਗੈਰ ਜਿਹੜੀ ਬਾਣੀ ਆ ਉਹ ਕੱਚੀ ਹੈ। ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਹੀ ਬਾਣੀ ਦਾ ਦਰਜਾ ਰੱਖਦੀ ਹੈ। ਜੇ ਕਿ ਅਸੀਂ ਆਖੀਏ ਕਿ ਭਾਈ ਇਸ ਗੁਰੂ ਤੋਂ ਬਗੈਰ ਹੋਰ ਵੀ ਬਾਣੀ ਹੈ, ਪਾਤਸ਼ਾਹ ਜੀ ਕਹਿੰਦੇ ਗੁਰੂ ਤੋਂ ਬਿਨਾਂ ਤਾਂ ਹੋਰ ਜਿਹੜੀ ਵੀ ਬਾਣੀ ਕੋਈ ਗਾ ਰਿਹਾ ਜਾਂ ਕਰ ਰਿਹਾ ਉਹ ਤਾਂ ਕੱਚੀ ਆ, ਉਹਨੂੰ ਅਸੀਂ ਅਸਲੀ ਬਾਣੀ ਨਹੀਂ ਕਹਿ ਸਕਦੇ। ਜਿਵੇਂ ਸਾਡੇ ਵਿੱਚ ਬੜੀਆਂ ਇਹੋ ਜਿਹੀਆਂ ਪੰਕਤੀਆਂ ਨੇ ਜਿਹੜੇ ਸਾਨੂੰ ਵੇਖਣ ਨੂੰ ਤਾਂ ਬਾਣੀ ਦਾ ਭੁਲੇਖਾ ਪਾਉਂਦੀਆਂ ਨੇ, ਪਰ ਉਹ ਗੁਰਬਾਣੀ ਦੀਆਂ ਪੰਕਤੀਆਂ ਨਹੀਂ ਹੈ। ਜਿਵੇਂ ਅਸੀਂ ਪੜ੍ਹਦੇ ਹਾਂ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਇਹ ਗੁਰਬਾਣੀ ਦੀ ਪੰਕਤੀ ਨਹੀਂ ਹੈ। ਹੋਰ ਜਿਹੜੀਆਂ ਪੰਕਤੀਆਂ ਗੁਰਬਾਣੀ ਦੀਆਂ ਲੱਗਦੀਆਂ ਨੇ, ਨਾਨਕ ਨੀਵਾ ਜੋ ਚੱਲੇ ਲੱਗੇ ਨਾ ਤੱਤੀ ਵਾਓ, ਇਹ ਵੀ ਗੁਰੂ ਪਿਆਰ ਵਾਲਿਓ ਗੁਰੂ ਦੀ ਬਾਣੀ ਦੀ ਪੰਕਤੀ ਨਹੀਂ ਹੈ। ਹੋਰ ਵੀ ਜਿਹੜੀਆਂ ਇਹੋ ਜਿਹੀਆਂ ਬੜੀਆਂ ਪੰਕਤੀਆਂ ਨੇ ਜਿਹੜੀਆਂ ਸਾਨੂੰ ਗੁਰਬਾਣੀ ਹੋਣ ਦਾ ਭੁਲੇਖਾ ਪਾਉਂਦੀਆਂ ਨੇ, ਪਰ ਇਹਨਾਂ ਭੁਲੇਖਿਆਂ ਵਿੱਚ ਉਹੀ ਫਸਦੇ ਆ ਜਿਨ੍ਹਾਂ ਨੇ ਗੁਰੂ ਦੀ ਬਾਣੀ ਨੂੰ ਕਦੀ ਪੜ੍ਹਿਆ ਨਹੀਂ, ਕਦੇ ਗੁਰਬਾਣੀ ਦਾ ਸਹਿਜ ਪਾਠ ਨਹੀਂ ਕੀਤਾ, ਕਦੀ ਗੁਰਬਾਣੀ ਨੂੰ ਵਿਚਾਰਿਆ ਨਹੀਂ, ਉਹਨਾਂ ਨੇ ਕਦੀ ਆਪਣੇ ਕੰਨਾਂ ਨਾਲ ਗੁਰੂ ਦੀ ਬਾਣੀ ਨੂੰ ਸੁਣਿਆ ਨਹੀਂ। ਇਸ ਕਰਕੇ ਉਹ ਇਹਨਾਂ ਪੰਕਤੀਆਂ ਨੂੰ ਹੀ ਬਾਣੀ ਦੀਆਂ ਪੰਕਤੀਆਂ ਸਮਝ ਕੇ ਬੈਠ ਜਾਂਦੇ ਨੇ। ਤੇ ਪਰ ਪਾਤਸ਼ਾਹ ਜੀ ਕਹਿੰਦੇ ਨੇ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਸੰਸਾਰ ਦੇ ਅੰਦਰ ਕੋਈ ਚੀਜ਼ ਕੱਚੀ ਹੋਵੇ ਨਾ ਤੇ ਸਾਨੂੰ ਚੰਗੀ ਨਹੀਂ ਲੱਗਦੀ, ਕੋਈ ਮਨੁੱਖ ਕੱਚੀਆਂ ਗੱਲਾਂ ਕਰੇ ਨਾ ਤੇ ਸਾਨੂੰ ਚੰਗਾ ਨਹੀਂ ਲੱਗਦਾ। ਜੇ ਕੋਈ ਕੰਨਾਂ ਦਾ ਕੱਚਾ ਹੋਵੇ ਉਹ ਵੀ ਚੰਗਾ ਨਹੀਂ ਲੱਗਦਾ। ਪਰ ਗੁਰੂ ਪਿਆਰ ਵਾਲਿਓ, ਜੇਕਰ ਸੰਸਾਰਿਕ ਤੌਰ ਉੱਤੇ ਅਸੀਂ ਕੱਚੀ ਚੀਜ਼, ਕੱਚਾ ਮਨੁੱਖ, ਕੱਚੀਆਂ ਗੱਲਾਂ ਕਰਨ ਵਾਲਾ ਸਾਨੂੰ ਚੰਗਾ ਨਹੀਂ ਲੱਗਦਾ ਤੇ ਸਾਨੂੰ ਫਿਰ ਕੱਚੀ ਬਾਣੀ ਕਿਵੇਂ ਚੰਗੀ ਲੱਗ ਰਹੀ ਆ? ਜਿਵੇਂ ਅੱਜ ਬੜੇ ਆਪੋ ਆਪਣੇ ਗ੍ਰੰਥ ਲਿਖ ਕੇ ਸਾਨੂੰ ਉਹਨਾਂ ਨਾਲ ਜੋੜੀ ਜਾ ਰਹੇ ਨੇ। ਪਰ ਗੁਰੂ ਪਿਆਰ ਵਾਲਿਓ, ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਤੋਂ ਬਗੈਰ ਜਿਹੜੀ ਵੀ ਹੋਰ ਬਾਣੀ ਹੈ ਉਹ ਕੱਚੀ ਹੈ। ਤੇ ਮਾਲਿਕ ਜੀ ਕਹਿੰਦੇ ਨੇ ਜਿਹੜੇ ਮਨੁੱਖ, ਪਾਤਸ਼ਾਹ ਜੀ ਨੂੰ ਇਹ ਵਿਚਾਰ ਮਾਲਿਕ ਜੀ ਕਹਿੰਦੇ ਨੇ, ਹੁਣ ਸਤਿਗੁਰੂ ਜੀ ਆਖਦੇ ਨੇ ਕਿ ਜਿਹੜੇ ਮਨੁੱਖ ਕੱਚੀ ਬਾਣੀ ਨੂੰ ਗਾਉਂਦੇ ਨੇ, ਜਿਹੜੇ ਸੁਣਦੇ ਨੇ, ਉਹਨਾਂ ਦਾ ਜੀਵਨ ਕਿਹੋ ਜਿਹਾ ਆ? ਪਾਤਸ਼ਾਹ ਕਹਿੰਦੇ ਨੇ ਕਹਿੰਦੇ ਕੱਚੇ ਸੁਣਦੇ ਕੱਚੇ। ਕਹਿੰਦੇ ਇਹ ਗੱਲ ਪੱਕੀ ਆ, ਕਹਿਣ ਵਾਲੇ ਵੀ ਕੱਚੇ ਆ ਤੇ ਸੁਣਨ ਵਾਲੇ ਵੀ ਕੱਚੇ ਆ। ਕਹਿਣ ਵਾਲੇ ਵੀ ਕਮਜ਼ੋਰ ਆ ਤੇ ਸੁਣਨ ਵਾਲੇ ਵੀ ਕਮਜ਼ੋਰ ਆ। ਕੱਚੀ ਆਂਖ ਵਖਾਣੀ, ਕਹਿੰਦੇ ਜਿਹੜੇ ਵੀ ਕਹਿੰਦੇ ਇਹੋ ਜੀ ਬਾਣੀ ਦੀ ਪੜ੍ਹ ਕੇ ਵਿਆਖਿਆ ਕਰਦੇ, ਵਿਚਾਰ ਕਰਦੇ ਆ, ਪਾਤਸ਼ਾਹ ਕਹਿੰਦੇ ਉਹ ਕਮਜ਼ੋਰ ਮਨ ਵਾਲੇ ਹੋ ਜਾਂਦੇ ਆ, ਉਹਨਾਂ ਦਾ ਜੀਵਨ ਛਿੜਕ ਜਾਂਦਾ ਆ। ਗੁਰੂ ਪਿਆਰ ਵਾਲਿਓ, ਜਿਹੜੀ ਚੀਜ਼ ਕੱਚੀ ਹੋਵੇ ਨਾ ਉਹ ਛੇਤੀ ਟੁੱਟ ਜਾਂਦੀ। ਹੁਣ ਮੰਨ ਲਓ ਜਿਹੜੇ ਕੱਚੇ ਹੁੰਦੇ ਆ, ਜਿਵੇਂ ਅਸੀਂ ਘਰ-ਬਾਰ ਬਣਾਉਂਦੇ ਆ, ਅਸੀਂ ਪੱਕਾ ਬਣਾਉਂਦੇ ਆ ਕਿ ਮਜ਼ਬੂਤ ਹੋਵੇ, ਕੱਚਾ ਨਾ ਹੋਵੇ। ਕੋਈ ਵੀ ਕੰਮ ਹੋਵੇ ਅਸੀਂ ਕੱਚਾ ਨਹੀਂ ਛੱਡਦੇ। ਕਹਿੰਦੇ ਜੇਕਰ ਪੱਕਿਆ ਹੋਵੇਗਾ, ਮਜ਼ਬੂਤ ਹੋਵੇਗਾ ਤੇ ਇਹ ਟੁੱਟੇਗਾ ਨਹੀਂ, ਹਿੱਲੇਗਾ ਨਹੀਂ।
ਇਸੇ ਤਰ੍ਹਾਂ ਹੀ ਮਾਲਿਕ ਜੀ ਕਹਿੰਦੇ ਨੇ ਜਿਹੜੀ ਗੁਰੂ ਦੀ ਬਾਣੀ ਹੈ, ਜਿਹੜੀ ਸੱਚ ਦੀ ਬਾਣੀ ਹੈ, ਮਨੁੱਖ ਦੇ ਜੀਵਨ ਨੂੰ ਮਜ਼ਬੂਤ ਕਰਦੀ ਆ, ਉਹਦਾ ਮਨ ਮਜ਼ਬੂਤ ਕਰਦੀ ਆ। ਉਹ ਜੀਵਨ ਅੰਦਰ ਕਦੇ ਵੀ ਥਿੜਕਦਾ ਨਹੀਂ ਹੈ। ਪਰ ਜਿਹੜੇ ਥਿੜਕ ਜਾਂਦੇ, ਘਬਰਾ ਜਾਂਦੇ, ਡੋਲ ਜਾਂਦੇ, ਉਹ ਸੱਚ ਦੀ ਬਾਣੀ ਨਾਲ ਨਹੀਂ ਜੁੜੇ, ਉਹ ਕੱਚੀ ਬਾਣੀ ਨਾਲ ਜੁੜੇ ਹੋਇਆ। ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਂਖ ਵਖਾਣੀ। ਫਿਰ ਉਹ ਕੱਚੀਆਂ ਗੱਲਾਂ ਕਰਨਗੇ, ਕਿਉਂਕਿ ਜਿਹੋ ਜਿਹਾ ਜਿਨ੍ਹਾਂ ਨਾਲ ਨਾਤਾ ਪਿਆ ਹੋਇਆ ਉਹਨਾਂ ਦਾ ਜੀਵਨ ਵੀ ਕੱਚਾ ਆ। ਜਿਹੋ ਜਿਹੀ ਉਹ ਸੁਣਨਗੇ ਵਿਚਾਰ, ਉਹੋ ਜਿਹਾ ਜੀਵਨ ਬਣੇਗਾ। ਤੇ ਗੁਰੂ ਪਿਆਰ ਵਾਲਿਓ, ਕੱਚੇ ਕੰਨਾਂ ਦੇ ਕੱਚੇ ਮਨੁੱਖ ਜਿਹੜੇ ਜੀਵਨ 'ਚ ਕਦੇ ਵੀ ਕਾਮਯਾਬ ਨਹੀਂ ਹੁੰਦੇ। ਜਿਹੜੇ ਹਰੇਕ ਗੱਲ ਤੇ ਭਰੋਸਾ ਕਰ ਲੈਂਦੇ, ਭਾਵ ਕਿ ਜਿਵੇਂ ਕਿਸੇ ਨੇ ਉਹਨਾਂ ਦੇ ਕੰਨਾਂ 'ਚ ਗੱਲ ਪਾਉਣੀ, ਉਸੇ ਤਰ੍ਹਾਂ ਉਹਨਾਂ ਨੇ ਉਸ ਗੱਲ ਨੂੰ ਪ੍ਰਵਾਨ ਕਰ ਲੈਣਾ। ਪਰ ਉਹਨਾਂ ਨੇ ਉਸ ਵਿਚਾਰ ਦੀ, ਗੱਲ ਦੀ ਖੋਜ ਨਹੀਂ ਕਰਨੀ ਕਿ ਗੱਲ ਸਹੀ ਆ ਕਿ ਗਲਤ ਆ। ਜਿਹੜੇ ਭਾਵ ਕਿ ਕੰਨਾਂ ਦੇ ਕੱਚੇ ਹੁੰਦੇ ਆ। ਤੇ ਗੁਰੂ ਪਿਆਰ ਵਾਲੇ ਜੀਵਨ 'ਚ ਕੱਚੀਆਂ ਗੱਲਾਂ ਕਰਨ ਵਾਲੇ ਵੀ ਕਾਮਯਾਬ ਨਹੀਂ ਹੁੰਦੇ, ਉਹਨਾਂ ਦੀ ਗੱਲਾਂ ਵਿੱਚ ਦਮ ਨਹੀਂ ਹੁੰਦਾ। ਤੇ ਪਾਤਸ਼ਾਹ ਜੀ ਕਹਿੰਦੇ ਨੇ ਇਹੋ ਜਿਹੇ ਮਨੁੱਖ ਜਿਹੜੇ ਕੱਚੀ ਬਾਣੀ ਨੂੰ ਸੁਣਦੇ ਨੇ, ਉਹਨਾਂ ਦਾ ਜੀਵਨ ਵੀ ਕੱਚਾ ਆ। ਤੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ, ਗੁਰੂ ਪਿਆਰ ਵਾਲਿਓ, ਗੁਰੂ ਅਰਜਨ ਸਾਹਿਬ ਜੀ ਅੰਮ੍ਰਿਤਸਰ ਦੀ ਧਰਤੀ ਉੱਤੇ ਬੈਠੇ ਹੋਏ ਨੇ। ਤੇ ਉਹਨਾਂ ਦੇ ਕੋਲੋਂ 4 ਜਿਹੜੇ ਭਗਤ ਹੈ ਉਹ ਆਪਣੀ ਬਾਣੀ ਦਰਜ ਕਰਵਾਉਣ ਵਾਸਤੇ ਆਉਂਦੇ ਆ। ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਆਦਿ ਗ੍ਰੰਥ ਦੀ ਰਚਨਾ ਕਰ ਰਹੇ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਰ ਰਹੇ ਨੇ, ਗੁਰਬਾਣੀ ਲਿਖ ਰਹੇ ਨੇ, ਭਾਈ ਗੁਰਦਾਸ ਜੀ ਲਿਖ ਰਹੇ ਨੇ ਤੇ ਗੁਰੂ ਅਰਜਨ ਸਾਹਿਬ ਜੀ ਲਿਖਾ ਰਹੇ ਨੇ। ਉਸ ਵੇਲੇ ਇਹ 4 ਭਗਤ ਜਿਹੜੇ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਆਉਂਦੇ ਆ ਕੇ ਬੇਨਤੀ ਕਰਦੇ ਆ ਕਿ ਅਸੀਂ ਵੀ ਬਾਣੀ ਲਿਖੀ ਆ, ਸਾਡੀ ਬਾਣੀ ਵੀ ਤੁਸੀਂ ਦਰਜ ਕਰੋ। ਜਿੱਥੇ ਤੁਸੀਂ ਹੋਰ ਸਾਰੇ ਭਗਤਾਂ ਦੀ ਬਾਣੀ ਦਰਜ ਕੀਤੀ ਆ, ਉੱਥੇ ਸਾਡੀ ਵੀ ਬਾਣੀ ਦਰਜ ਕਰ ਲਵੋ। ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ, ਜੇਕਰ ਗੁਰੂ ਨਾਨਕ ਸਾਹਿਬ ਜੀ ਨੇ ਭਗਤਾਂ ਦੀ ਬਾਣੀ ਨੂੰ ਇਕੱਤਰ ਕੀਤਾ, ਜਿੱਥੇ ਵੀ ਗਏ ਪ੍ਰਚਾਰ ਕਰਨ ਵਾਸਤੇ ਭਗਤ ਕਬੀਰ ਜੀ ਨੂੰ ਵੀ ਮਿਲੇ, ਤੇ ਗੁਰੂ ਪਿਆਰ ਵਾਲੇ ਹੋਰ ਭਗਤ ਰਵਿਦਾਸ ਮਹਾਰਾਜ ਜੀ ਨੂੰ ਵੀ ਮਿਲੇ, ਉਹਨਾਂ ਨਾਲ ਸਾਂਝ ਪਈ। ਤੇ ਉਹਨਾਂ ਨੇ ਪਹਿਲਾਂ ਉਹਨਾਂ ਦੀ ਬਾਣੀ ਸੁਣੀ ਤੇ ਉਹਨਾਂ ਦੀ ਬਾਣੀ ਜਿਹੜੀ ਸੱਚ ਦੀ ਵਿਚਾਰ ਪੇਸ਼ ਕਰਦੀ ਸੀ, ਸੱਚ ਨਾਲ ਪੂਰੀ ਜੁੜਦੀ ਸੀ। ਉਹਨਾਂ ਦੀ ਬਾਣੀ ਜਿਹੜੀ ਸੱਚ ਦੀ ਹਾਮੀ ਭਰਦੀ ਸੀ। ਇਸ ਕਰਕੇ ਗੁਰੂ ਸਾਹਿਬਾਨ ਨੇ ਉਹਨਾਂ ਦੀ ਬਾਣੀ ਨੂੰ ਇਕੱਤਰ ਕਰਕੇ ਆਪਣੇ ਕੋਲ ਰੱਖ ਲਿਆ। ਤੇ ਗੁਰੂ ਅਰਜਨ ਸਾਹਿਬ ਜੀ ਨੇ ਵੀ ਉਹਨਾਂ ਦੀ ਬਾਣੀ ਇਸੇ ਕਰਕੇ ਦਰਜ ਕੀਤੀ, ਕਿਉਂਕਿ ਉਹ ਸੱਚ ਦੀ ਵਡਿਆਈ ਕਰਦੀ ਸੀ, ਪ੍ਰਭੂ ਦੀ ਵਡਿਆਈ ਕਰਦੀ ਸੀ, ਸਿਫਤ ਸਲਾਹ ਕਰਦੀ ਸੀ, ਉਹਦੇ ਵਿੱਚ ਝੂਠ ਨਹੀਂ ਸੀ। ਹੁਣ ਜਿਹੜੇ 4 ਭਗਤ ਬੈਠੇ ਹੋਏ ਨੇ ਆ ਕੇ ਪਾਤਸ਼ਾਹ ਜੀ ਅੱਗੇ ਬੇਨਤੀ ਕਰ ਰਹੇ ਨੇ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਭਲਿਓ ਤੁਹਾਡੀ ਬਾਣੀ ਵੀ ਦਰਜ ਕਰ ਲਵਾਂਗੇ, ਪਹਿਲਾਂ ਤੁਸੀਂ ਪੜ੍ਹ ਕੇ ਸੁਣਾਓ ਤੁਸੀਂ ਲਿਖਿਆ ਕੀ ਆ। ਹੁਣ ਗੁਰੂ ਅਰਜਨ ਸਾਹਿਬ ਜੀ ਅੱਖਾਂ ਬੰਦ ਕਰਕੇ ਤਾਂ ਨਹੀਂ ਦਰਜ ਕਰ ਸਕਦੇ ਸੀ। ਪਾਤਸ਼ਾਹ ਜੀ ਨੇ ਉਹਨੂੰ ਖੋਜਿਆ, ਉਹਨਾਂ ਦੀ ਪਹਿਲਾਂ ਵਿਚਾਰ ਨੂੰ ਸੁਣਿਆ ਗਿਆ। ਸਭ ਤੋਂ ਪਹਿਲਾਂ ਭਗਤ ਕਾਨਾ ਆਉਂਦਾ ਆ। ਭਗਤ ਕਾਨਾ ਆਖਦਾ ਆ, ਉਹੀ ਰੇ ਮੈਂ ਉਹੀ ਰੇ, ਜਾ ਕੋ ਵੇਦ ਪ੍ਰਾਨ ਜਸ ਗਾਵੇ। ਤੇ ਗੁਰੂ ਪਿਆਰ ਵਾਲਿਓ, ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਉਹਦੀ ਵਿਚਾਰ ਨੂੰ ਸੁਣਿਆ ਤੇ ਗੁਰੂ ਅਰਜਨ ਸਾਹਿਬ ਜੀ ਕਹਿਣ ਲੱਗੇ ਭਲਿਆ ਤੇਰੀ ਇਸ ਕਵਿਤਾ ਦੇ ਵਿੱਚੋਂ, ਤੇਰੀ ਇਸ ਬਾਣੀ ਦੇ ਵਿੱਚੋਂ ਹੰਕਾਰ ਦੀ ਬਦਬੂ ਆ ਰਹੀ ਆ। ਤੇਰੇ ਇਸ ਪੰਕਤੀ ਦੇ ਵਿੱਚੋਂ ਹੰਕਾਰ ਦੀ ਜਿਹੜੀ ਵਿਚਾਰ ਨਜ਼ਰ ਆ ਰਹੀ ਆ। ਪਰ ਗੁਰੂ ਨਾਨਕ ਦੇ ਘਰ ਦੇ ਵਿੱਚ ਹੰਕਾਰ ਨੂੰ ਕੋਈ ਥਾਂ ਨਹੀਂ ਹੈ। ਗੁਰੂ ਨਾਨਕ ਦੀ ਬਾਣੀ ਦੇ ਵਿੱਚ ਤਾਂ ਇਹ ਲਿਖਿਆ ਹੋਇਆ, ਹੋਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕਠਾਏ, ਕਿ ਹੰਕਾਰ ਜਿੱਥੇ ਹੈ ਉੱਥੇ ਨਾਮ ਨਹੀਂ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤਾਂ ਆਪਣੇ ਨੂੰ ਕਹਿੰਦੇ, ਆਪਣੇ ਆਪ ਨੂੰ ਨਾਨਕ ਨੀਚ ਕਹੇ ਵਿਚਾਰ, ਆਪਣੇ ਆਪ ਨੂੰ ਨੀਵਾਂ ਰੱਖਦੇ ਨੇ, ਨਿਮਰਤਾ ਭਾਵਨਾ ਨਾਲ ਪੇਸ਼ ਕਰਦੇ ਨੇ। ਤੂੰ ਹੰਕਾਰੀ ਬਣ ਰਿਹਾ ਆ, ਆਪਣੀ ਬਾਣੀ ਦੇ ਵਿੱਚ ਹੀ ਤੂੰ ਆਪਣੇ ਆਪ ਨੂੰ ਉੱਚਾ ਦੱਸ ਰਿਹਾ ਆ, ਰੱਬ ਦਾ ਰੂਪ ਕਹਿ ਰਿਹਾ, ਪਰਮਾਤਮਾ ਕਹਿ ਰਿਹਾ। ਇਸ ਕਰਕੇ ਭਗਤ ਕਾਨੇ ਨੂੰ ਜਵਾਬ ਦਿੱਤਾ ਕਿ ਭਾਈ ਤੇਰੀ ਇਹ ਕੱਚ ਘਰੜ ਜਿਹੜੀ ਬਾਣੀ ਵਿੱਚ ਦਰਜ ਨਹੀਂ ਹੋ ਸਕਦੀ। ਜਿਹੜੀ ਬਾਣੀ ਅਸੀਂ ਲਿਖ ਰਹੇ ਹਾਂ ਉਹ ਸੱਚ ਦੀ ਬਾਣੀ ਹੈ, ਉਹ ਜਿਹੜੀ ਸ੍ਰੇਸ਼ਟ ਬਾਣੀ ਹੈ। ਪਾਤਸ਼ਾਹ ਜੀ ਨੇ ਉਹਨਾਂ ਦੇ ਸਾਹਮਣੇ ਦੂਸਰਾ ਜਿਹੜਾ ਭਗਤ ਕਾਨਾ, ਹੁਣ ਭਗਤ ਪੀਲੂ ਆ ਗਿਆ। ਤੇ ਗੁਰੂ ਪਿਆਰ ਵਾਲਿਓ, ਉਹ ਆ ਕੇ ਜਿਹੜਾ ਆਪਣੀ ਜਿਹੜੀ ਬਾਣੀ ਸੁਣਾਉਣ ਲੱਗਾ, ਆਖਣ ਲੱਗਾ, ਅਸਾਂ ਨਾਲੋਂ ਜੰਮਦਿਆਂ ਸੇ ਭਲੇ ਜੋ ਮਰ ਗਏ, ਭਾਵ ਕਿ ਸਾਡੇ ਨਾਲ ਉਹ ਚੰਗੇ ਆ, ਉਹ ਭਲੇ ਆ ਜਿਹੜੇ ਮਰ ਗਏ ਸੰਸਾਰ ਤੋਂ।
ਤੇ ਗੁਰੂ ਪਿਆਰ ਵਾਲੇ ਉੱਥੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ, ਭਲਿਆ ਤੇਰੀ ਬਾਣੀ ਜਿਹੜੀ ਆ ਢਹਿੰਦੀ ਕਲਾ ਦੀ ਗੱਲ ਕਰਦੀ ਆ, ਤੂੰ ਤਾਂ ਮਰਨ ਨੂੰ ਮਹਾਨਤਾ ਦੇ ਰਿਹਾ ਆ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਤਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ, ਕਿ ਮਨੁੱਖਾਂ ਜਨਮ ਆ ਜਿਹਦੇ ਰਾਹੀਂ ਤੂੰ ਮਾਲਕ ਦੇ ਨਾਲ ਮਿਲ ਸਕਦਾ ਆ। ਪਰ ਤੇਰੀ ਬਾਣੀ ਦੇ ਵਿੱਚੋਂ ਢਹਿੰਦੀ ਕਲਾ ਦੀ ਜਿਹੜੀ ਗੱਲ ਸਾਹਮਣੇ ਆ ਰਹੀ ਆ, ਇਸ ਕਰਕੇ ਹੁਣ ਜਿਹੜਾ ਭਗਤ ਪੀਲੂ ਸੀ ਉਹਨੂੰ ਜਵਾਬ ਮਿਲ ਗਿਆ। ਹੁਣ ਜਿਹੜਾ ਭਗਤ ਸ਼ਾਹ ਹੁਸੈਨ, ਭਗਤ ਜਿਹੜਾ ਛੱਜੂ ਭਗਤ ਆਇਆ, ਤੇ ਗੁਰੂ ਪਿਆਰ ਵਾਲਿਓ ਹੁਣ ਉਹ ਆਪਣੀ ਵਿਚਾਰ ਕਹਿ ਰਿਹਾ ਆ। ਕਾਗਲ ਸੰਧੀ ਪੁੱਤਰੀ ਪਰ ਤ੍ਰੇ ਨਾ ਨਿਹਾਰ, ਆਖਣ ਲੱਗਾ ਕਿ ਇਸਤਰੀ ਭਾਵੇਂ ਸਰੀਰ ਚਮੜੀ ਦੀ, ਭਾਵ ਕਿ ਜਿਹੜੀ ਇਸਤਰੀ ਹੈ ਸਰੀਰ ਕਰਕੇ ਇਸਤਰੀ ਹੈ, ਉਹਦੀ ਤਾਂ ਗੱਲ ਦੂਰ ਦੀ ਹੈ। ਜੇਕਰ ਤੁਸੀਂ ਇਸਤਰੀ ਦੀ ਫੋਟੋ ਵੀ ਵੇਖੋਗੇ ਜਾਂ ਕਾਗਜ਼ ਦੀ ਵੀ ਇਸਤਰੀ ਵੱਲ ਤੱਕੋਗੇ, ਤੁਹਾਡਾ ਮਨ ਵਿਕਾਰੀ ਹੋਵੇਗਾ। ਇਸ ਕਰਕੇ ਇਸਤਰੀ ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ, ਉਹਨੂੰ ਜਿਹੜਾ ਨੀਵਾਂ ਵਿਖਾਇਆ ਗਿਆ ਕਿ ਇਸਤਰੀ ਦੀ ਜਿਹੜੀ ਕਾਗਜ਼ ਦੀ ਵੀ ਇਸਤਰੀ ਹੋਵੇ ਉਹਨੂੰ ਵੀ ਨਹੀਂ ਵੇਖਣਾ ਚਾਹੀਦਾ। ਤੇ ਗੁਰੂ ਪਿਆਰ ਵਾਲੇ ਉੱਥੇ ਪਾਤਸ਼ਾਹ ਜੀ ਕਹਿੰਦੇ ਨੇ, ਭਲਿਆ ਪਾਤਸ਼ਾਹ ਜੀ ਦੀ ਬਾਣੀ ਅੰਦਰ ਇਹ ਆਇਆ ਹੈ। ਗੁਰੂ ਨਾਨਕ ਸਾਹਿਬ ਜੀ ਤਾਂ ਕਹਿੰਦੇ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ, ਕਿ ਗੁਰੂ ਨਾਨਕ ਦੇ ਘਰ ਨੇ ਤਾਂ ਸਾਰਿਆਂ ਨੂੰ ਬਰਾਬਰ ਦੇ ਹੱਕ ਦਿੱਤੇ ਨੇ, ਕਿਸੇ ਨੂੰ ਵੀ ਮਾੜਾ ਨਹੀਂ ਆਖਿਆ। ਭਲਿਆ ਤੇਰੀ ਬਾਣੀ ਦੇ ਵਿੱਚੋਂ, ਤੇਰੀ ਇਸ ਕਵਿਤਾ ਦੇ ਵਿੱਚੋਂ ਤਾਂ ਇੱਕ ਔਰਤ ਨੂੰ ਜਿਹੜਾ ਮਾੜਾ ਆਖਿਆ ਜਾ ਰਿਹਾ। ਇਸ ਕਰਕੇ ਹੁਣ ਜਿਹੜਾ ਸੀ ਛੱਜੂ ਭਗਤ, ਉਹਦੀ ਬਾਣੀ ਨੂੰ ਵੀ ਦਰਜ ਨਹੀਂ ਕੀਤਾ ਗਿਆ। ਫਿਰ ਸ਼ਾਹ ਹੁਸੈਨ ਆ ਗਿਆ, ਆਖਣ ਲੱਗਾ, ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾ ਵੀ ਅੜਿਆ, ਕਿ ਭਾਈ ਚੁੱਪ ਰਹਿਣਾ ਚਾਹੀਦਾ, ਮੌਨ ਧਾਰਨ ਕਰਨਾ ਚਾਹੀਦਾ। ਪਰ ਪਾਤਸ਼ਾਹ ਜੀ ਦੀ ਬਾਣੀ ਕਹਿੰਦੇ, ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਏ ਕਿਛ ਕਹੀਏ, ਕਿ ਜਦੋਂ ਤੱਕ ਸੰਸਾਰ ਹੈ, ਇਹ ਦੁਨੀਆ ਹੈ, ਉਹਨਾਂ ਚਿਰ ਸਾਨੂੰ ਕੁਛ ਕਹਿਣਾ ਵੀ ਪੈਣਾ ਤੇ ਸੁਣਨਾ ਵੀ ਪੈਣਾ ਹੈ। ਪਾਤਸ਼ਾਹ ਜੀ ਨੇ ਇਹ ਵਿਚਾਰ ਜਦੋਂ ਸਾਹਮਣੇ ਰੱਖੇ ਤੇ ਗੁਰੂ ਪਿਆਰ ਵਾਲਿਓ ਉਹ ਚਾਰੇ ਭਗਤ ਜਿਹੜੇ ਨਿਰਾਸ਼ ਹੋ ਕੇ ਵਾਪਸ ਗਏ। ਪਰ ਗੁਰੂ ਪਿਆਰ ਵਾਲਿਓ ਉਹਦੇ ਵਿੱਚ ਜਿਹੜੇ ਭਗਤ ਸਨ, ਹੁਣ ਮਨ 'ਚ ਈਰਖਾ ਆ ਨਫ਼ਰਤ ਭਰ ਗਈ, ਕਿਉਂਕਿ ਉਹਨਾਂ ਦੀ ਬਾਣੀ ਜਿਹੜੀ ਆ ਆਪਣੇ ਆਪੋਂ ਉਹ ਬਾਣੀ ਮੰਨਦੇ ਸੀ, ਪਰ ਅਸਲ ਵਿੱਚ ਉਹ ਕਵਿਤਾਵਾਂ ਸਨ ਕੱਚ ਘਰੜ, ਜਿਹਦੇ ਵਿੱਚ ਕੋਈ ਵੀ ਸਿੱਖਿਆ ਵਾਲੀ ਵਿਚਾਰ ਨਹੀਂ ਸੀ। ਹੁਣ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਕੋਰੀ ਨਾ ਕਰ ਦਿੱਤੀ ਤੇ ਮਨ 'ਚ ਈਰਖਾ ਨਫ਼ਰਤ ਆ, ਪਾਤਸ਼ਾਹ ਜੀ ਨੂੰ ਇਹ ਵੀ ਕਹਿ ਕੇ ਅਸੀਂ ਤੁਹਾਡੇ ਖਿਲਾਫ ਜਿਹੜਾ ਜਹਾਂਗੀਰ ਦੇ ਕੋਲ ਸ਼ਿਕਾਇਤਾਂ ਲਾਵਾਂਗੇ। ਜਹਾਂਗੀਰ ਨੂੰ ਜਾ ਕੇ ਭੜਕਾਇਆ ਗਿਆ। ਜਹਾਂਗੀਰ ਨੂੰ ਜਿਹੜਾ ਇੱਕ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਾ ਕਾਰਨ ਇਹ ਵੀ ਸੀ ਕਿ ਇਹ ਚਾਰ ਭਗਤ ਜਿਹੜੇ ਇਕੱਠੇ ਹੋ ਕੇ ਇਹਨਾਂ ਨੇ ਜਹਾਂਗੀਰ ਨੂੰ ਭੜਕਾਇਆ ਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਇੱਕ ਗ੍ਰੰਥ ਲਿਖ ਰਹੇ ਨੇ ਜਿਹਦੇ ਵਿੱਚ ਤੁਹਾਡੇ ਧਰਮ ਦੇ ਖਿਲਾਫ ਲਿਖਿਆ ਗਿਆ, ਤੁਹਾਡੇ ਪੈਗੰਬਰਾਂ ਬਾਰੇ ਮਾੜਾ ਲਿਖਿਆ ਗਿਆ, ਜਿਹੜਾ ਕਿ ਗੁਰੂ ਅਰਜਨ ਸਾਹਿਬ ਦੇ ਖਿਲਾਫ ਇਹਨਾਂ ਨੂੰ ਭੜਕਾਇਆ ਗਿਆ। ਤੇ ਗੁਰੂ ਪਿਆਰ ਵਾਲਿਓ ਹੁਣ ਉਹ ਚਾਰ ਭਗਤ ਆਏ, ਆਪਣੀ ਬਾਣੀ ਦਰਜ ਨਹੀਂ ਕਰਵਾ ਸਕੇ, ਕਿਉਂਕਿ ਉਹਨਾਂ ਦੀ ਬਾਣੀ ਸੱਚੀ ਨਹੀਂ ਸੀ, ਕੱਚੀ ਬਾਣੀ ਸੀ। ਤੇ ਪਾਤਸ਼ਾਹ ਜੀ ਆਪਣੀ ਬਾਣੀ ਅੰਦਰ ਵੀ ਇਹੀ ਵਿਚਾਰ ਰੱਖਦੇ ਨੇ। ਇਹ ਤਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਪਹਿਲਾਂ ਸੁਚੇਤ ਕਰ ਦਿੱਤਾ। ਹੁਣ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਪੜ੍ਹਿਆ ਹੋਵੇਗਾ ਕਿ ਭਾਈ ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਂਖ ਵਿਖਾਣੀ, ਕਿ ਜਿਹੜੀ ਬਾਣੀ ਕੱਚੀ ਬਾਣੀ ਸੁਣਦੇ ਨੇ ਤੇ ਕੱਚੀ ਬਾਣੀ ਗਾਉਂਦੇ ਨੇ, ਪਾਤਸ਼ਾਹ ਕਹਿੰਦੇ ਨੇ ਉਹਨਾਂ ਦਾ ਜੀਵਨ ਵੀ ਕੱਚਾ ਆ। ਤੇ ਮਾਲਕ ਜੀ ਆਪਣੀ ਬਾਣੀ ਅੰਦਰ ਬਚਨ ਕਰਦੇ ਨੇ, ਨਾਨਕ ਕੱਚੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆਂ। ਮਾਲਕ ਜੀ ਕਹਿੰਦੇ ਨੇ, ਭਲਿਆ ਜਿਹੜੇ ਮਾਇਆ ਦੇ ਆਸਰੇ ਪ੍ਰੀਤ ਪਾਉਣ ਵਾਲੇ ਜਿਹੜੇ ਮਨੁੱਖ ਆ, ਜਿਹੜੇ ਸਵਾਰਥੀ ਮਨੁੱਖ ਆ, ਕਹਿੰਦੇ ਇਹੋ ਜਿਹੇ ਮਨੁੱਖ ਕੱਚੇ ਹੁੰਦੇ ਆ, ਕੱਚਿਆਂ ਨਾਲੋਂ ਆਪਣੀ ਸਾਂਝ ਤੋੜ ਲਾ। ਕਹਿੰਦੇ ਜੇਕਰ ਸਾਂਝ ਪਾਉਣੀ ਆ, ਢੂੰਡ ਸੱਜਣ ਸੰਤ ਪੱਕਿਆ, ਪੱਕੇ ਗੁਰਮੁਖ ਪਿਆਰੇ ਲੱਭ, ਜਿਨ੍ਹਾਂ ਦਾ ਜੀਵਨ ਮਜ਼ਬੂਤ ਹੈ, ਜਿਹੜੇ ਆਪਣੇ ਜੀਵਨ ਦੇ ਅੰਦਰ ਪੱਕੇ ਨੇ, ਮਾਲਕ ਨਾਲ ਜੁੜੇ ਹੋਏ ਨੇ, ਜਿਨ੍ਹਾਂ ਦਾ ਜੀਵਨ ਸਵਾਰਥੀ ਨਹੀਂ ਹੈ। ਤੇ ਪਾਤਸ਼ਾਹ ਜੀ ਕਹਿੰਦੇ ਨੇ ਪੱਕਿਆਂ ਦੇ ਨਾਲ ਸਾਂਝ ਪਾ, ਪੱਕਿਆਂ ਨਾਲ ਆਪਣਾ ਨਾਤਾ ਜੋੜ, ਓਏ ਜੀਵਨ ਦੇ ਵਿਛੜੇ। ਮਾਲਕ ਜੀ ਕਹਿੰਦੇ ਜਿਹੜੇ ਸਵਾਰਥੀ ਹੁੰਦੇ ਨਾ, ਉਹ ਤਾਂ ਜਿਉਂਦੇ ਹੀ ਛੱਡ ਦਿੰਦੇ ਆ, ਪਰ ਜਿਹੜੇ ਪੱਕੇ ਹੁੰਦੇ ਆ, ਮਾਲਕ ਜੀ ਕਹਿੰਦੇ ਉਹ ਜੇਕਰ ਸੰਸਾਰ ਤੋਂ ਵੀ ਚਲੇ ਜਾਣਾ, ਉਹ ਫਿਰ ਮਰ ਕੇ ਵੀ ਸਤਿਗੁਰੂ ਜੀ ਕਹਿੰਦੇ ਉਹ ਕਿਸੇ ਦਾ ਸਾਥ ਨਹੀਂ ਛੱਡਦੇ। ਪਰ ਜਿਹੜੇ ਕੱਚੇ ਹੁੰਦੇ ਆ,
ਉਹ ਜਿਉਂਦੇ ਜੀ ਸੰਸਾਰ ਤੋਂ, ਜਿਉਂਦੇ ਜੀ ਮਨੁੱਖ ਦਾ ਨਾਤਾ ਸਾਂਝ ਤੋੜ ਲੈਂਦੇ, ਕਿਉਂਕਿ ਸਵਾਰਥ ਪੂਰਾ ਹੋ ਜਾਂਦਾ ਆ। ਤੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਕੱਚੇ ਮਨੁੱਖ ਹੁੰਦੇ ਉਹਨਾਂ ਦੀ ਸਾਂਝ ਕਿੱਦਾਂ ਦੀ ਹੁੰਦੀ, ਉਹਨਾਂ ਦੀ ਦੋਸਤੀ ਮਿੱਤਰਤਾ ਕਿੱਦਾਂ ਦੀ ਹੁੰਦੀ। ਮਾਲਿਕ ਜੀ ਕਹਿੰਦੇ ਮਨ ਮੁਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ। ਮਨਮੁਖ ਲੋਕਾਂ ਦਾ ਜਿਹੜਾ ਸਾਡੇ ਨਾਲ ਨਾਤਾ, ਜਿਹੜੇ ਕੱਚੇ ਮਨੁੱਖ ਨੇ, ਕਹਿੰਦੇ ਉਹਨਾਂ ਦਾ ਸੰਬੰਧ ਸਾਡੇ ਨਾਲ ਸਿਰਫ ਮਾਇਆ ਕਰਕੇ ਹੁੰਦਾ, ਇੱਕ ਸਵਾਰਥ ਕਰਕੇ ਹੁੰਦਾ ਆ। ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਇਨ ਬੰਦ। ਪਾਤਸ਼ਾਹ ਕਹਿੰਦੇ ਕਦੇ ਵੀ ਉਹ ਮਿੱਤਰਤਾ ਦੀ ਪੱਕੀ ਗੰਢ ਨਹੀਂ ਪਾਉਂਦੇ, ਉਹ ਕਦੇ ਵੀ ਪੱਕੇ ਮਿੱਤਰ ਨਹੀਂ ਬਣਦੇ, ਉਹ ਛੇਤੀ ਸਾਥ ਛੱਡ ਜਾਂਦੇ ਨੇ। ਜਦੋਂ ਕੋਈ ਦੁੱਖ ਵਿਪਤਾ ਆਉਂਦੀ ਆ ਉਹ ਕਦੇ ਵੀ ਨਾਲ ਨਹੀਂ ਖੜਦੇ। ਮਾਲਿਕ ਜੀ ਕਹਿੰਦੇ ਜਿੱਚਰ ਪਹਿਨਣ ਖਾਵਣੇ, ਕਹਿੰਦੇ ਜਿੰਨਾ ਚਿਰ ਤਾਂ ਖਾਣ ਪੀਣ ਨੂੰ ਮਿਲੀ ਜਾਵੇ, ਜਿੰਨਾ ਚਿਰ ਤਾਂ ਅਸੀਂ ਉਹਨਾਂ ਨੂੰ ਦੇਈ ਜਾਵਾਂਗੇ, ਉਨਾ ਚਿਰ ਤਾਂ ਬੜੇ ਪਿਆਰ ਦੇ ਨਾਲ ਰਹਿਣਗੇ, ਬੜੀ ਮੁਹੱਬਤ ਕਰਨਗੇ, ਬੜੀ ਸਾਡੀ ਵਡਿਆਈ ਵੀ ਕਰਨਗੇ, ਸਿਫਤ ਵੀ ਕਰਨਗੇ, ਜੈ ਜੈਕਾਰ ਵੀ ਕਰਨਗੇ। ਜਿੰਨਾ ਚਿਰ ਅਸੀਂ ਦੇਈ ਜਾਵਾਂਗੇ, ਜਿੱਚਰ ਪਹਿਨਣ ਖਾਵਣੇ ਤਿੱਚਰ ਰੱਖਣ ਗੰਢ, ਕਹਿੰਦੇ ਉਨਾ ਚਿਰ ਤਾਂ ਸਾਡੇ ਨਾਲ ਗੰਢ ਆ, ਉਨਾ ਚਿਰ ਸਾਡੇ ਨਾਲ ਮਿੱਤਰਤਾ ਆ, ਉਨਾ ਚਿਰ ਤਾਂ ਅਸੀਂ ਕਹਿੰਦੇ ਭਾਈ ਮੈਂ ਤੇਰਾ ਭਰਾ ਆ, ਤੂੰ ਮੇਰੇ ਭਰਾਵਾਂ ਵਰਗਾ ਆ। ਕਿੰਨੇ ਵੱਡੀਆਂ ਵੱਡੀਆਂ ਪਦਵੀਆਂ ਦਿੰਦੇ ਆ ਕਿ ਭਾਈ ਮੈਂ ਤੇਰੇ ਭਰਾਵਾਂ ਵਰਗਾ ਆ, ਮੈਂ ਤੇਰੀ ਭੈਣ ਵਰਗਾ ਆ, ਬੜਾ ਕੁਝ ਕਿਹਾ ਜਾਂਦਾ ਆ। ਪਰ ਮਾਲਿਕ ਜੀ ਕਹਿੰਦੇ ਨੇ ਜਿਤ ਦਿਨ ਕਿਛ ਨਾ ਹੋਵਈ, ਕਹਿੰਦੇ ਜਦੋਂ ਫਿਰ ਕੁਝ ਵੀ ਨਹੀਂ ਹੁੰਦਾ। ਹੁਣ ਜਿਹੜਾ ਸਭ ਕੁਝ ਦੇ ਰਿਹਾ ਸੀਗਾ, ਜਦੋਂ ਉਹਦੇ ਕੋਲ ਵੀ ਖਤਮ ਹੋ ਗਿਆ, ਹੁਣ ਉਹਨਾਂ ਨੂੰ ਕੁਛ ਵੀ ਨਹੀਂ ਮਿਲ ਰਿਹਾ। ਮਾਲਿਕ ਜੀ ਕਹਿੰਦੇ ਜਿਤ ਦਿਨ ਕਿਛ ਨਾ ਹੋਵਈ ਤਿਤ ਦਿਨ ਬੋਲਣ ਗੰਦ। ਫਿਰ ਕਹਿੰਦੇ ਉਦੋਂ ਗੰਦ ਬੋਲਦੇ, ਗੰਦ ਦਾ ਮਤਲਬ ਕੀ ਆ, ਉਦੋਂ ਫਿਰ ਮਾੜੇ ਬੋਲ ਬੋਲਣ ਲੱਗ ਪੈਂਦੇ ਆ, ਫਿੱਕੇ ਬੋਲ ਬੋਲਣ ਲੱਗ ਪੈਂਦੇ ਆ। ਸਾਡੇ ਸਮਾਜ ਦੇ ਵਿੱਚ ਇਹੋ ਕੁਝ ਚੱਲ ਰਿਹਾ। ਅਸੀਂ ਆਪਣੇ ਪਰਿਵਾਰਾਂ ਆਲੇ ਦੁਆਲੇ ਸਮਾਜ ਵਿੱਚ ਇਹੀ ਕੁਝ ਦੇਖਦੇ। ਜਦੋਂ ਤੁਸੀਂ ਕਿਸੇ ਨੂੰ ਚੀਜ਼ ਦੇਣੀ ਬੰਦ ਕਰ ਦੇਵੋਗੇ, ਉਦੋਂ ਤੁਹਾਡੇ ਨਾਲ ਉਹ ਨਾਰਾਜ਼ ਹੋ ਜਾਵੇਗਾ, ਗੁੱਸੇ ਹੋ ਜਾਵੇਗਾ। ਜਦੋਂ ਉਹ ਫਿਰ ਤੁਹਾਨੂੰ ਫਿੱਕੇ ਬੋਲ ਬੋਲੇਗਾ, ਭਾਵੇਂ ਤੁਸੀਂ ਸਾਰੀ ਉਮਰ ਉਹਨਾਂ ਦਾ ਪਰਉਪਕਾਰ ਭਲਾ ਕੀਤਾ ਆ, ਇੱਕ ਦਿਨ ਜਦੋਂ ਤੁਸੀਂ ਉਹਦੀ ਹਾਮੀ ਨਹੀਂ ਭਰੀ, ਇੱਕ ਦਿਨ ਜੇਕਰ ਤੁਸੀਂ ਉਹਨੂੰ ਕੋਈ ਚੀਜ਼ ਪਦਾਰਥ ਨਹੀਂ ਦਿੱਤਾ, ਉਸੇ ਦਿਨ ਹੀ ਤੁਹਾਡੇ ਨਾਲ ਉਹ ਨਾਰਾਜ਼ ਹੋ ਜਾਵੇਗਾ। ਉਹ ਕਦੇ ਵੀ ਤੁਹਾਡੇ ਨਾਲ ਬੋਲੇਗਾ, ਤੁਹਾਡੇ ਵਿਰੁੱਧ ਹੋ ਜਾਵੇਗਾ। ਉਹ ਫਿਰ ਤੁਹਾਨੂੰ ਫਿੱਕੇ ਬੋਲ ਬੋਲੇਗਾ, ਕਦੇ ਵੀ ਚੰਗਾ ਨਹੀਂ ਸਮਝੇਗਾ। ਉਹ ਇਹ ਨਹੀਂ ਵੇਖਦਾ ਕਿ ਇਹਨੇ ਇੰਨੇ ਸਮੇਂ ਤੱਕ ਮੇਰਾ ਕਿੰਨਾ ਭਲਾ ਕੀਤਾ, ਮੇਰੇ ਦੁੱਖ ਦੇ ਵਿੱਚ ਵੀ ਆਇਆ। ਪਰ ਜੇਕਰ ਇੱਕ ਦਿਨ ਕਿਸੇ ਮਜਬੂਰੀ ਕਰਕੇ ਅਸੀਂ ਉਹਦਾ ਸਾਥ ਨਹੀਂ ਦੇ ਸਕੇ, ਤੇ ਗੁਰੂ ਪਿਆਰ ਵਾਲੇ ਉਹ ਸਾਰੇ ਉਪਕਾਰਾਂ ਨੂੰ ਭੁੱਲ ਜਾਂਦਾ। ਇਹਦਾ ਅਰਥ ਕੀ, ਉਹ ਸਿਰਫ ਸਾਡੇ ਨਾਲ ਸਵਾਰਥ ਕਰਕੇ ਜੁੜਿਆ ਹੋਇਆ ਸੀਗਾ, ਸਿਰਫ ਸਾਡੇ ਕੋਲ ਮੰਗਣ ਵਾਸਤੇ, ਸਿਰਫ ਸਾਡੇ ਕੋਲ ਪ੍ਰਾਪਤ ਕਰਨ ਵਾਸਤੇ ਜੁੜਿਆ ਹੋਇਆ ਸੀ, ਉਹ ਦਿਲੋਂ ਨਹੀਂ ਜੁੜਿਆ ਹੋਇਆ ਸੀ। ਮਾਲਿਕ ਜੀ ਕਹਿੰਦੇ ਜਿਤ ਦਿਨ ਕਿਛ ਨਾ ਹੋਵਈ ਤਿਤ ਦਿਨ ਬੋਲਣ ਗੰਦ, ਜੀਆਂ ਕੀ ਸਾਰ ਨਾ ਜਾਣਨੀ। ਮਾਲਿਕ ਜੀ ਕਹਿੰਦੇ ਜਿਹੜੇ ਮਨਮੁਖ ਮਨੁੱਖ ਨਾ, ਮਨਮੁਖ ਅਗਿਆਨੀ ਅੰਧ, ਕਹਿੰਦੇ ਅਗਿਆਨੀ ਲੋਕ, ਮਨਮੁਖ ਲੋਕ ਜਿਹੜੇ ਕੱਚੇ ਲੋਕ ਨੇ, ਪਾਤਸ਼ਾਹ ਕਹਿੰਦੇ ਨੇ ਉਹਨਾਂ ਨੂੰ ਸਿਰਫ ਕੇਵਲ ਸਰੀਰ ਦਾ ਹੀ ਰਹਿੰਦਾ, ਉਹਨਾਂ ਅੰਦਰ ਆਤਮਿਕ ਜੀਵਨ ਦਾ ਕੋਈ ਵੀ ਹੁਲਾਰਾ ਨਹੀਂ ਹੁੰਦਾ, ਉਹਨਾਂ ਅੰਦਰ ਕੋਈ ਵੀ ਸਮਝ ਨਹੀਂ ਹੁੰਦੀ, ਉਹਨਾਂ ਅੰਦਰ ਕੋਈ ਵੀ ਚੰਗੀ ਵਿਚਾਰ ਨਹੀਂ ਹੁੰਦੀ। ਪਾਤਸ਼ਾਹ ਕਹਿੰਦੇ ਕੂੜਾ ਗੰਢ ਨਾ ਚੱਲਈ ਚਿੱਕੜ ਪੱਥਰ ਬੰਦ। ਮਾਲਿਕ ਜੀ ਕਹਿੰਦੇ ਮਨਮੁੱਖਾਂ ਲੋਕਾਂ ਦਾ, ਜਿਹੜੇ ਕੱਚੇ ਮਨੁੱਖਾਂ ਦਾ ਜ਼ਿਆਦਾ ਸਮੇਂ ਤੱਕ ਸਾਡੇ ਨਾਲ ਸਾਥ ਨਹੀਂ ਨਿਭ ਸਕਦਾ, ਕਿਉਂਕਿ ਜਿਵੇਂ ਕਹਿੰਦੇ ਚਿੱਕੜ ਨਾਲ ਬੰਨਿਆ ਹੋਇਆ ਬੰਨ ਜ਼ਿਆਦਾ ਸਮੇਂ ਤੱਕ ਨਹੀਂ ਰਹਿ ਸਕਦਾ। ਇਸੇ ਤਰ੍ਹਾਂ ਜਿਹੜੇ ਮਨੁੱਖ ਕੱਚੇ ਨੇ, ਜੀਵਨ ਕੱਚਾ ਆ, ਜਿਨ੍ਹਾਂ ਦਾ ਜੀਵਨ ਵੀ ਕੱਚਾ ਆ, ਜੀਵਨ ਜਿਹੜਾ ਮਨਮੁੱਖਾਂ ਵਾਲਾ ਬਣਿਆ ਹੋਇਆ, ਪਾਤਸ਼ਾਹ ਕਹਿੰਦੇ ਉਹਨਾਂ ਦੀ ਸਾਡੇ ਨਾਲ ਕਦੇ ਵੀ ਨਿਭ ਨਹੀਂ ਸਕਦੀ, ਜਿਹੜੇ ਪੱਕੇ ਹੁੰਦੇ ਨੇ। ਤੇ ਪਾਤਸ਼ਾਹ ਆਪਣੀ ਬਾਣੀ ਅੰਦਰ ਇਹ ਕਹਿੰਦੇ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੇ, ਕਦੇ ਜਿਨ੍ਹਾਂ ਮਿੱਤਰਾਂ ਦੇ ਨਾਲ ਸਾਂਝ ਪਾਣ ਕਰਕੇ ਸਾਡੀ ਭੈੜੀ ਮਤ ਦੂਰ ਹੋ ਜਾਵੇ। ਮਿੱਤਰ ਸਾਡੜੇ ਸਹੀ, ਸਾਡੇ ਮਿੱਤਰ ਹੀ ਉਹ ਆ ਜਿਹੜੇ ਸਾਨੂੰ ਚੰਗੇ ਰਾਹ ਤੇ ਪਾਉਂਦੇ ਆ, ਸਾਡੇ ਜੀਵਨ 'ਚ ਕਮੀਆਂ ਦੱਸਦੇ ਨੇ ਕਿ ਭਾਈ ਤੇਰੇ ਜੀਵਨ ਅੰਦਰ ਇਹ ਕਮੀ ਆ, ਤੇਰੇ ਇਹ ਕਮੀ ਹੋਣ ਕਰਕੇ ਤੇਰੇ ਜੀਵਨ ਦਾ ਨੁਕਸਾਨ ਹੋ ਸਕਦਾ, ਤੂੰ ਅਗਾਂਹ ਨਹੀਂ ਵੱਧ ਸਕਦਾ। ਜਿਹੜਾ ਸਾਡੇ ਚੰਗੇ ਕੰਮ ਦੇ ਵਿੱਚ ਵੀ ਸਪੋਰਟ ਕਰਨ, ਨਾਲ ਚੰਗਿਆਈ ਦੇ ਨਾਲ ਸਾਥ ਚੱਲਣ, ਗੁਰੂ ਪਿਆਰ ਵਾਲੇ ਉਹੀ ਅਸਲ ਮਿੱਤਰ ਆ, ਉਹੀ ਅਸਲ ਵਿੱਚ ਭੈਣ ਭਰਾ ਆ। ਪਰ ਜਿਹੜੇ ਸਾਨੂੰ ਗਲਤ ਰਾਹ ਉੱਤੇ ਤੋਰ ਰਹੇ ਆ, ਸਾਨੂੰ ਸਹੀ ਦਿਸ਼ਾ ਨਹੀਂ ਦਿਖਾ ਰਹੇ, ਆਪਣਾ ਜੀਵਨ ਬਰਬਾਦ ਕਰ ਲਿਆ ਪਰ ਸਾਡਾ ਵੀ ਕਰਨ ਤੇ ਤੁਲੇ ਹੋਏ ਆ। ਪਾਤਸ਼ਾਹ ਕਹਿੰਦੇ ਉਹ ਅਸਲੀ ਮਿੱਤਰ ਨਹੀਂ ਹੈ। ਮਾਲਿਕ ਜੀ ਬਚਨ ਕਰਦੇ ਨੇ
ਜਿਹੜੇ ਕੱਚੇ ਹੁੰਦੇ ਨੇ, ਪਾਤਸ਼ਾਹ ਕਹਿੰਦੇ ਨੇ ਜੋ ਹੁਕਮ ਨਾ ਬੂਝੇ ਖਸਮ ਕਾ ਸੋਈ ਨਰ ਕੱਚਾ। ਕਹਿੰਦੇ ਜਿਹੜੇ ਮਾਲਕ ਪ੍ਰਭੂ ਵਾਹਿਗੁਰੂ ਦੀ ਰਜ਼ਾ ਨੂੰ ਨਹੀਂ ਸਮਝਦੇ, ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਨਹੀਂ ਮੰਨਦੇ, ਉਹ ਜੀਵਨ ਦੇ ਵਿੱਚ ਕੱਚੇ ਨੇ। ਉਹ ਜੀਵਨ ਦੇ ਅੰਦਰ ਉਹਨਾਂ ਦੇ ਕਚਿਆਈ ਆ। ਤੇ ਪਾਤਸ਼ਾਹ ਜੀ ਇੱਥੋਂ ਤੱਕ ਬਚਨ ਕਰਦੇ ਨੇ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ। ਮਾਲਕ ਜੀ ਕਹਿੰਦੇ ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਆ, ਜ਼ੁਬਾਨ ਤੇ ਕੁਝ ਹੋਰ ਆ, ਅਸਲ ਵਿੱਚ ਉਹ ਵੀ ਕੱਚੇ ਆ। ਪਾਤਸ਼ਾਹ ਜੀ ਨੇ ਕੱਚੇ ਮਨੁੱਖਾਂ ਨੂੰ ਕੋਈ ਵੀ ਮਹਾਨਤਾ ਨਹੀਂ ਦਿੱਤੀ। ਮਾਲਕ ਜੀ ਕਹਿੰਦੇ ਉਹਨਾਂ ਦਾ ਜੀਵਨ ਕਿਹੋ ਜਿਹਾ ਬਣ ਜਾਂਦਾ ਆ, ਰਤੇ ਸਈ ਜੇ ਮੁਖ ਨਾ ਮੋੜਨ ਜਿਨੀ ਸੰਝਾਤਾ ਸਾਈ। ਮਾਲਕ ਜੀ ਕਹਿੰਦੇ ਜਿਹੜਾ ਦਾ ਜੀਵਨ ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜਿਆ ਹੁੰਦਾ ਆ, ਪਾਤਸ਼ਾਹ ਜੀ ਕਹਿੰਦੇ ਨੇ ਉਹ ਜੀਵਨ 'ਚ ਕਦੇ ਵੀ ਮੁਖ ਨਹੀਂ ਮੋੜਦੇ। ਮਾਲਕ ਜੀ ਕਹਿੰਦੇ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਪ੍ਰਭੂ ਦੇ ਨਾਮ ਦੇ ਵਿੱਚ ਰਤਿਆ ਹੁੰਦਾ, ਰੰਗਿਆ ਹੁੰਦਾ, ਜੀਵਨ 'ਚ ਕਦੇ ਵੀ ਮੁਖ ਨਹੀਂ ਮੋੜਦੇ। ਝੜ ਝੜ ਪਵਦੇ ਕੱਚੇ ਬਿਰਹੀ ਜਿਨ੍ਹਾਂ ਕਾਰਨ ਆਈ। ਪਰ ਜਿਨ੍ਹਾਂ ਨੂੰ ਗੁਰੂ ਦਾ ਹੁਕਮ ਚੰਗਾ ਨਹੀਂ ਲੱਗਦਾ, ਉਹ ਤਾਂ ਜੀਵਨ ਦੇ ਅੰਦਰ ਕਹਿੰਦੇ ਇਸ ਤਰ੍ਹਾਂ ਝੜ ਜਾਂਦੇ ਨੇ ਜਿਵੇਂ ਟਾਹਣੀ ਦੇ ਨਾਲੋਂ ਕੱਚੇ ਫਲ ਝੜਦੇ ਆ। ਕਹਿੰਦੇ ਉਹ ਮਾਲਕ ਵਾਹਿਗੁਰੂ ਦੇ ਨਾਲੋਂ, ਪਰਮੇਸ਼ਰ ਨਾਲੋਂ, ਗੁਰੂ ਨਾਲੋਂ ਇਵੇਂ ਨਾਤਾ ਉਹਨਾਂ ਦਾ ਟੁੱਟ ਜਾਂਦਾ ਆ ਜਿਵੇਂ ਕੱਚੇ ਫਲ ਟਾਹਣੀ ਨਾਲ ਝੜ ਜਾਂਦੇ ਨੇ, ਲਿੱਥ ਜਾਂਦੇ ਨੇ। ਇਸੇ ਤਰ੍ਹਾਂ ਕੱਚੇ ਮਨੁੱਖਾਂ ਦਾ ਜੀਵਨ ਆ, ਉਹ ਜ਼ਿਆਦਾ ਸਮਾਂ ਗੁਰੂ ਵਾਲੇ ਬਣ ਕੇ ਨਹੀਂ ਰਹਿ ਸਕਦੇ। ਗੁਰੂ ਪਿਆਰ ਵਾਲਿਓ ਵੇਖੋ, ਅੱਜ ਜੇਕਰ ਮਨੁੱਖ ਗੁਰੂ ਵਾਲਾ ਬਣ ਗਿਆ, ਫਿਰ ਜਾ ਕੇ ਉਹਨੇ ਆਪਣੇ ਇਸ ਅੰਮ੍ਰਿਤ ਨੂੰ ਛੱਡ ਦਿੱਤਾ। ਜੀਵਨ ਅੰਦਰ ਕੱਚਾ ਹੀ ਸੀਗਾ, ਅੰਦਰੋਂ ਨਹੀਂ ਜੁੜਿਆ ਹੋਇਆ ਸੀ, ਸਵਾਰਥ ਨਹੀਂ ਸੀ। ਜਿਵੇਂ ਅੱਜ ਕਿਸੇ ਨੂੰ ਲਾਲਚ ਦੇ ਕੇ, ਕੋਈ ਲਾਲਚ ਵਿੱਚ ਆ ਕੇ ਗੁਰੂ ਦਾ ਸਿੱਖ ਬਣ ਜਾਂਦਾ, ਜਿਵੇਂ ਕਿਸੇ ਨੂੰ ਪੈਸੇ ਦਿੱਤੇ ਜਾਂਦੇ ਆ, ਭਾਈ ਲਾਲਚ ਦਿੱਤਾ ਜਾਂਦਾ, ਭਾਈ ਤੂੰ ਗੁਰੂ ਨਾਲ ਜੁੜ ਜਾ। ਗੁਰੂ ਪਿਆਰ ਵਾਲਿਓ, ਅੱਜ ਜੇਕਰ ਉਹ ਕੁਝ ਕੁ ਪੈਸਿਆਂ ਦੀ ਖਾਤਰ ਗੁਰੂ ਵਾਲਾ ਬਣ ਗਿਆ, ਕੱਲ੍ਹ ਨੂੰ ਹੋਰ ਧਰਮ ਦਾ ਮਨੁੱਖ ਨੂੰ ਪੈਸੇ ਦੇਵੇਗਾ, ਉਧਰ ਚਲੇ ਜਾਵੇਗਾ। ਭਾਵ ਕਿ ਇਹੋ ਜਿਹੀ, ਚਾਹੇ ਉਹ ਕੋਈ ਵੀ ਹੈ, ਕਿ ਇਹਨਾਂ ਦਾ ਕੋਈ ਵੀ ਦੀਨ ਮਾਨ ਨਹੀਂ ਹੁੰਦਾ, ਉਹ ਸਿਰਫ ਇੱਕ ਸਵਾਰਥ ਕਰਕੇ, ਇੱਕ ਲਾਲਚ ਕਰਕੇ ਹੀ ਜੁੜੇ ਹੁੰਦੇ ਆ। ਤੇ ਪਾਤਸ਼ਾਹ ਜੀ ਕਹਿੰਦੇ ਫਰੀਦਾ ਜਾਂ ਲੱਭ ਤਾਂ ਨੇ ਕਿਆ, ਲੱਭ ਤਾਂ ਕੂੜਾ ਨੇ। ਕਹਿੰਦੇ ਜੇਕਰ ਜੀਵਨ ਵਿੱਚ ਲਾਲਚ ਆ ਤੇ ਉਹ ਪਿਆਰ ਕਾਹਦਾ ਆ। ਕਹਿੰਦੇ ਜੇਕਰ ਜੀਵਨ 'ਚ ਲਾਲਚ ਆ, ਉਹ ਪਿਆਰ ਕਿਸੇ ਕੰਮ ਨਹੀਂ ਹੈ। ਜਿੰਨਾ ਚਿਰ ਤੇਰੀ ਗਰਜ ਪੂਰੀ ਨਹੀਂ ਹੁੰਦੀ, ਉਨਾ ਚਿਰ ਜੁੜਿਆ ਹੋਇਆ ਆ। ਜਦੋਂ ਤੇਰੀ ਗਰਜ ਪੂਰੀ ਹੋ ਗਈ ਆ, ਮਾਲਕ ਜੀ ਕਹਿੰਦੇ ਨੇ ਉਸ ਵੇਲੇ ਤੂੰ ਛੱਡ ਦਿੱਤਾ। ਇਸੇ ਤਰ੍ਹਾਂ ਸੰਸਾਰ ਅੰਦਰ ਵੀ ਜਿੰਨਾ ਚਿਰ ਕਿਸੇ ਦੀ ਲੋੜ ਨਹੀਂ ਪੂਰੀ ਹੁੰਦੀ, ਉਹ ਸਾਡੇ ਨਾਲ ਸਾਂਝ ਰੱਖਦਾ ਆ, ਪਰ ਜਦੋਂ ਗਰਜ ਪੂਰੀ ਹੋ ਜਾਵੇ ਸਾਡੇ ਨਾਲ ਸਾਂਝ ਵੀ ਤੋੜ ਦਿੰਦਾ ਹੈ। ਪਾਤਸ਼ਾਹ ਜੀ ਕਹਿੰਦੇ ਨੇ ਅੰਦਰੋਂ ਥੋਥਾ ਕੁੜੀਆਰ ਕੂੜੀ ਸਭ ਖੱਚਾ। ਹੁਣ ਜਿਹੜਾ ਮਨੁੱਖ ਕੱਚਾ ਹੈ, ਪਾਤਸ਼ਾਹ ਕਹਿੰਦੇ ਨੇ ਬਚਨ ਕਰੇ ਤੇ ਖਿਸਕ ਜਾਏ ਬੋਲੇ ਸਭ ਕੱਚਾ। ਕਹਿੰਦੇ ਜਿਹੜਾ ਮਾਇਆ ਦੇ ਵਿੱਚ ਫਸਿਆ ਹੋਇਆ, ਵਿਕਾਰੀ ਬਣਿਆ ਹੋਇਆ ਮਨੁੱਖ ਆ, ਸਵਾਰਥੀ ਆ, ਪਾਤਸ਼ਾਹ ਕਹਿੰਦੇ ਉਹ ਪਹਿਲਾਂ ਬਚਨ ਕਰਦਾ ਆ, ਪਹਿਲਾਂ ਵੱਡੇ ਵੱਡੇ ਵਾਅਦੇ ਕਰ ਲੈਂਦਾ ਆ। ਪਾਤਸ਼ਾਹ ਕਹਿੰਦੇ ਨੇ ਫਿਰ ਉਹਨਾਂ ਤੋਂ ਫਿਰ ਜਾਂਦਾ ਆ, ਫਿਰ ਮੁੱਕਰ ਜਾਂਦਾ ਆ। ਤੇ ਇਹੋ ਜਿਹੇ ਲੋਕਾਂ ਦੀ ਸਮਾਜ ਵਿੱਚ ਘਾੜ ਨਹੀਂ। ਬੜੇ ਇਹਨਾਂ ਦਿਨਾਂ ਵਿੱਚ ਵੀ ਬੜੇ ਵੱਡੇ ਵੱਡੇ ਵਾਅਦੇ ਹੋ ਰਹੇ ਆ ਤੇ ਫਿਰ ਜਾਣਾ ਆ, ਮੁੱਕਰ ਜਾਣਾ ਆ। ਉਹ ਕੌਣ? ਕੱਚੇ ਆ। ਬਚਨ ਕਰੇ ਤੇ ਖਿਸਕ ਜਾਏ ਬੋਲੇ ਸਭ ਕੱਚਾ। ਕਹਿੰਦੇ ਜਦੋਂ ਵੀ ਗੱਲ ਉਹ ਕਰਦੇ ਨੇ ਝੂਠੀ ਕਰਦੇ ਨੇ, ਉਹ ਸੱਚੀ ਗੱਲ ਨਹੀਂ ਕਰ ਸਕਦੇ। ਉਹ ਸਿਰਫ ਆਪਣੇ ਸਵਾਰਥ ਵਾਸਤੇ ਸਭ ਕੁਝ ਕਰ ਰਹੇ ਨੇ। ਅੰਦਰੋਂ ਥੋਥਾ ਕੁੜਿਆਰ, ਉਹ ਅੰਦਰੋਂ ਥੋਥੇ ਨੇ, ਖਾਲੀ ਨੇ, ਅੰਦਰੋਂ ਝੂਠੇ ਨੇ। ਕੂੜੀ ਸਭ ਖੱਚਾ। ਮਾਲਿਕ ਜੀ ਕਹਿੰਦੇ ਉਹ ਸਿਰਫ ਕੂੜ ਦੇ ਵਿੱਚ, ਝੂਠ ਦੇ ਵਿੱਚ ਖਚਿਤ ਹੋਏ ਹੁੰਦੇ ਨੇ। ਉਹਨਾਂ ਦੀ ਹਰੇਕ ਗੱਲ ਹੀ ਗੱਪ ਲੱਗਦੀ ਆ, ਹਰੇਕ ਗੱਲ ਉਹ ਝੂਠ ਬੋਲਦੇ ਆ, ਉਹਨਾਂ ਦੀ ਗੱਲ ਦੇ ਵਿੱਚ ਦਮ ਨਹੀਂ ਹੁੰਦਾ। ਪਾਤਸ਼ਾਹ ਕਹਿੰਦੇ ਨੇ ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚਾ। ਪਾਤਸ਼ਾਹ ਕਹਿੰਦੇ ਨੇ ਉਹ ਜਿਹੋ ਜਿਹੇ ਬੰਦੇ ਨਾ ਝੂਠੇ ਲਾਲਚ ਵਿੱਚ ਫਸ ਗਏ, ਜਿਹੜੇ ਨਿਰਵੈਰ ਬੰਦੇ ਹੁੰਦੇ ਨਾ ਉਹਨਾਂ ਨਾਲ ਵੀ ਵੈਰ ਪਾਉਂਦੇ ਆ। ਜਿਹੜੇ ਨਿਰਵੈਰ ਹੁੰਦੇ, ਜਿਹੜੇ ਕਿਸੇ ਨੂੰ ਕੁਝ ਨਹੀਂ ਕਹਿੰਦੇ, ਭਾਵ ਜਿਹੜੇ ਚੰਗੇ ਰਾਹ 'ਤੇ ਤੁਰਦੇ ਆ, ਜਿਹੜੇ ਕਿਸੇ ਨਾਲ ਵੈਰ ਭਾਵਨਾ ਨਹੀਂ ਰੱਖਦੇ, ਉਹਨਾਂ ਨਾਲ ਵੀ ਉਹ ਵੈਰ ਪਾਉਂਦੇ ਆ। ਜਿਹੜੇ ਝੂਠੇ ਆ, ਜਿਹੜੇ ਲਾਲਚ ਵਿੱਚ ਆ ਕੇ, ਜਿਨ੍ਹਾਂ ਦਾ ਜੀਵਨ ਅੰਦਰੋਂ ਥੋਥਾ ਆ। ਪਾਤਸ਼ਾਹ ਜੀ ਬਚਨ ਕਰਦੇ ਨੇ ਇਹੋ ਜਿਹੇ ਮਨੁੱਖ ਜਿਹੜੇ ਕੱਚੇ ਹੁੰਦੇ ਆ, ਜਿਹੜੇ ਕੱਚੇ ਉਹੀ ਹੁੰਦੇ ਆ ਫਿਰ ਜਿਹੜੇ ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਂਖ ਵਿਖਾਣੀ।
ਮਾਲਕ ਜੀ ਕਹਿੰਦੇ ਜਿਹੜੀ ਕੱਚੀ ਬਾਣੀ ਸੁਣਦੇ ਨੇ, ਕੱਚ ਦੀ ਵਿਚਾਰ ਸੁਣਦੇ ਨੇ, ਪਾਤਸ਼ਾਹ ਕਹਿੰਦੇ ਉਹਨਾਂ ਦਾ ਜੀਵਨ ਵੀ ਕੱਚਾ ਹੁੰਦਾ। ਮਾਲਕ ਜੀ ਕਹਿੰਦੇ ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆँख ਬਖਾਣੀ, ਹਰ ਹਰ ਨਿਤ ਕਰੇ ਰਸਨਾ। ਪਾਤਸ਼ਾਹ ਕਹਿੰਦੇ ਉਹ ਭਾਵੇਂ ਮੂੰਹ ਤੋਂ ਹਰ ਹਰ ਵੀ ਕਹੀ ਜਾਣ, ਮੂੰਹ ਤੋਂ ਵਾਹਿਗੁਰੂ ਵਾਹਿਗੁਰੂ ਵੀ ਕਹੀ ਜਾਣ, ਕਿਹਿਆ ਕਛੂ ਨਾ ਜਾਣੀ। ਕਹਿੰਦੇ ਪਰ ਜੋ ਕੁਝ ਵੀ ਉਹ ਬੋਲਦੇ ਨਾ, ਉਹਨਾਂ ਦਾ ਪ੍ਰਭਾਵ ਕਿਸੇ 'ਤੇ ਨਹੀਂ ਪੈਂਦਾ, ਕਿਉਂਕਿ ਜੀਵਨ ਅੰਦਰੋਂ ਕਚਿਆਈ ਪਾ ਕੇ ਬੈਠੇ ਹੋਏ ਆ, ਜੀਵਨ ਜਿਹੜਾ ਕੱਚੀ ਬਾਣੀ ਨਾਲ ਜੁੜਿਆ ਹੋਇਆ। ਤੇ ਪਾਤਸ਼ਾਹ ਕਹਿੰਦੇ ਜਿੰਨਾ ਮਰਜ਼ੀ ਰੱਬ ਦਾ ਨਾਮ ਲਈ ਜਾਣ, ਜਿੰਨਾ ਮਰਜ਼ੀ ਨਾਮ ਜਪੀ ਜਾਣ, ਕਿਉਂਕਿ ਉਹਨਾਂ ਦੀ ਕਹੀ ਹੋਈ ਵਿਚਾਰ ਦਾ ਜੀਵਨ ਅੰਦਰ ਕੋਈ ਅਸਰ ਨਹੀਂ ਹੁੰਦਾ। ਉਹਨਾਂ ਦਾ ਜੀਵਨ ਕਿਹੋ ਜਿਹਾ ਆ, ਅਬਰ ਉਪਦੇਸ਼ੈ ਆਪ ਨਾ ਕਰੇ, ਇਹੋ ਜਿਹਾ ਜੀਵਨ ਉਹਨਾਂ ਦਾ ਬਣ ਜਾਂਦਾ ਆ। ਪਾਤਸ਼ਾਹ ਕਹਿੰਦੇ ਚਿੱਤ ਜਿਨ ਕਾ ਹਿਰ ਲਿਆ, ਮਾਇਆ ਬੋਲਣ ਪੇਰ ਬਾਣੀ। ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਮਨ ਨੂੰ ਮਾਇਆ ਨੇ ਮੋਹ ਲਿਆ ਨਾ, ਜਿਨ੍ਹਾਂ ਦੇ ਮਨ ਨੂੰ ਵਿਕਾਰਾਂ ਨੇ ਮੋਹ ਲਿਆ, ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਜਦੋਂ ਵੀ ਕੁਝ ਬੋਲਦੇ ਆ, ਕੁਝ ਵੀ ਬੋਲ ਰਹੇ, ਸਿਰਫ ਜ਼ਬਾਨੀ ਕਲਾਮੀ ਹੀ ਬੋਲ ਰਹੇ ਆ, ਉਹ ਹਿਰਦੇ ਵਿੱਚੋਂ ਕੁਝ ਨਹੀਂ ਬੋਲਦੇ, ਸਿਰਫ ਉੱਪਰੋਂ ਹੀ ਵਿਖਾਵਾ ਕਰ ਰਹੇ ਆ, ਪਰ ਜੀਵਨ ਦੇ ਅੰਦਰ ਕੋਈ ਵਿਚਾਰ ਨਹੀਂ ਹੈ। ਪਾਤਸ਼ਾਹ ਕਹਿੰਦੇ ਨੇ ਕਹਿ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਗੁਰੂ ਤੋਂ ਬਿਨਾਂ ਜਿਹੜੀ ਬਾਣੀ ਹੈ ਉਹ ਆਤਮਿਕ ਜੀਵਨ ਨੂੰ ਡੁਲਾ ਦੇਣ ਵਾਲੀ ਆ, ਉਹਦੇ ਨਾਲ ਆਤਮਿਕ ਜੀਵਨ ਨਹੀਂ ਬਣ ਸਕਦਾ, ਮਨ ਮਜ਼ਬੂਤ ਨਹੀਂ ਹੋ ਸਕਦਾ, ਮਨ ਤਕੜਾ ਨਹੀਂ ਹੋ ਸਕਦਾ। ਇਸ ਕਰਕੇ ਸਤਿਗੁਰੂ ਨੇ ਸ਼ਬਦ ਜਿਹੜਾ ਨਾ ਪਹਿਲਾਂ ਸ਼ਬਦ ਵਰਤਿਆ ਸੀ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਸੱਚੀ ਬਾਣੀ ਸ਼ਬਦ ਤਾਂ ਹੀ ਵਰਤਿਆ ਕਿਉਂਕਿ ਪਾਤਸ਼ਾਹ ਜੀ ਨੂੰ ਪਤਾ ਹੈ ਕਿ ਕੱਚੀ ਬਾਣੀ ਵੀ ਹੈ, ਝੂਠੀ ਬਾਣੀ ਵੀ ਹੈ। ਇਸ ਕਰਕੇ ਸਤਿਗੁਰੂ ਨੇ ਸਾਨੂੰ ਸੱਚ ਦੀ ਬਾਣੀ ਗਾਉਣ ਵਾਸਤੇ ਆਖਿਆ, ਸੱਚ ਦੀ ਬਾਣੀ ਨਾਲ ਜੁੜਨ ਵਾਸਤੇ ਆਖਿਆ, ਜਿਹੜੀ ਸਦਾ ਥਿਰ ਰਹਿਣ ਵਾਲੀ ਆ, ਜਿਹੜੀ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਕਰਦੀ ਆ। ਪਰ ਜਿਹੜੀ ਕੱਚੀ ਬਾਣੀ ਆ ਉਹ ਹਮੇਸ਼ਾ ਕਚਿਆਈ ਦੀ ਵਡਿਆਈ ਕਰਦੀ ਆ, ਨਾਸ਼ਵੰਤ ਮਨੁੱਖ ਦੀ ਵਡਿਆਈ ਕਰਦੀ ਆ। ਸੋ ਗੁਰੂ ਪਿਆਰ ਵਾਲਿਓ ਸੱਚ ਦੀ ਬਾਣੀ ਨਾਲ ਜੁੜੀਏ, ਜਿਹੜੀ ਕੱਚੀ ਬਾਣੀ ਉਹਦੇ ਨਾਲ ਨਾਤਾ ਤੋੜੀਏ। ਸੰਸਾਰ ਦੇ ਅੰਦਰ ਬੜੇ ਇਹੋ ਜਿਹੇ ਆਪੋ ਆਪਣੇ ਗ੍ਰੰਥ ਲਿਖ ਕੇ ਸਾਡੇ ਸਾਹਮਣੇ ਰੱਖ ਰਹੇ ਨੇ, ਗੁਰੂ ਗ੍ਰੰਥ ਸਾਹਿਬ ਦੀ ਤਰ੍ਹਾਂ ਹੀ ਉਹਨਾਂ ਦਾ ਪ੍ਰਕਾਸ਼ ਕੀਤਾ ਜਾ ਰਿਹਾ, ਪਰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਭੁਲੇਖੇ ਵਿੱਚ ਹੀ ਉਹਨੂੰ ਨਮਸਕਾਰ ਵੀ ਕਰਦੇ ਹਾਂ, ਪੜ੍ਹ ਵੀ ਰਹੇ ਹਾਂ। ਤੇ ਗੁਰੂ ਪਿਆਰ ਵਾਲਿਓ ਇਹ ਸੁਚੇਤ ਹੋਣ ਦੀ ਲੋੜ ਆ, ਸਮਝਣ ਦੀ ਲੋੜ ਆ। ਸਤਿਗੁਰੂ ਨੇ ਆਪਣੀ ਬਾਣੀ ਅੰਦਰ ਹੀ ਸਾਨੂੰ ਵਿਚਾਰ ਬਖਸ਼ਿਸ਼ ਕੀਤੇ ਆ ਕਿ ਭਲਿਆ ਗੁਰੂ ਤੋਂ ਬਗੈਰ ਜਿਹੜੀ ਹੋਰ ਵੀ ਬਾਣੀ ਤੂੰ ਗਾ ਰਿਹਾ ਪੜ੍ਹ ਰਿਹਾ ਉਹ ਕੱਚੀ ਆ। ਸਿਰਫ ਗੁਰੂ ਦੀ ਬਾਣੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਜਿਹੜੀ ਸੱਚ ਦੀ ਬਾਣੀ ਹੈ, ਜੀਵਨ ਅੰਦਰ ਸ਼ਾਂਤੀ ਸੁਖ ਆਨੰਦ ਪੈਦਾ ਕਰਦੀ ਹੈ। ਸੋ ਮਾਲਕ ਜੀ ਕਿਰਪਾ ਰਹਿਮਤ ਕਰਨ, ਸਾਡਾ ਜੀਵਨ ਸੱਚ ਦੀ ਬਾਣੀ ਨਾਲ ਜੁੜ ਜਾਵੇ। ਵਿਚਾਰਾਂ ਕਰਦੇ ਹਾਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।